ਵਾਹੇ ਗੁਰੂ ਜੀ। ਆਦ ਗੁਰ ਨਮਹਿ ਜੁਗਾਦ ਗੁਰ ਨਮਹਿ ਸਤਿਗੁਰ ਨਮਹਿ ਸ਼੍ਰੀ ਗੁਰਦੇਵ ਨਮਹਿ ਨਮਹਿ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਯਾਰੜੇ ਦਾ ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਧੰਨ ਗੁਰੂ, ਧੰਨ ਗੁਰੂ। ਆਪ ਨਿਰੰਕਾਰ, ਆਪ ਵਾਹਿਗੁਰੂ। ਧੰਨ 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 ਗੁਰੂ ਗ੍ਰੰਥ ਸਾਹਿਬ ਜੀਓ। ਸਭ ਤੋਂ ਪਹਿਲਾਂ ਆਪ ਜੀ ਨੂੰ ਨਮਸਕਾਰ ਸਤਿਗੁਰੂ। ਆਪ ਜੀ ਦਾ ਹੀ ਪਿਆਰਾ ਜਿਹਾ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਸਭ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ ਤੇ ਸੀਸ ਝੁਕਾਈਏ। ਪਿਆਰੇ ਸਾਹਿਬ ਦੀ ਬਖਸ਼ਿਸ਼ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਚੋਜੀ ਪ੍ਰੀਤਮ ਦਾ, ਜਿਸ ਦਾ ਆਗਮਨ ਪੁਰਬ ਆਪ ਜੀ ਮਨਾਉਣ ਲਈ ਇਕੱਤਰ ਹੋਏ ਉਹਨਾਂ, ਬੜਾ ਡਾਢਾ ਸੀ ਉਹ। ਹਜ਼ਾਰਾਂ ਸਦੀਆਂ ਵੀ ਪਹਿਲਾਂ ਬੜਾ ਡਾਢਾ ਸੀ। ਉਦੋਂ ਵੀ ਸੀ ਜਦੋਂ ਕੁਝ ਨਹੀਂ ਸੀ। ਉਦੋਂ ਵੀ ਸੀ ਜਦੋਂ ਚੰਦ ਨਹੀਂ ਸੀ, ਸੂਰਜ ਨਹੀਂ ਸੀ, ਤਾਰੇ ਨਹੀਂ ਸੀ। ਫਿਰ ਉਸ ਡਾਢੇ ਨੇ ਇੱਕ ਰੰਗ ਰਚਿਆ ਤੇ ਪਸਰ ਗਿਆ। ਆਪ ਜੀ ਸਭਨਾਂ ਦੇ ਵਿੱਚ ਪਸਰ ਗਿਆ। ਕਿਤੇ ਫੁੱਲ ਬਣ ਗਿਆ, ਪਹਾੜ ਬਣ ਗਿਆ, ਪਸ਼ੂ ਪੰਛੀ ਬਣ ਗਿਆ, ਧਰਤੀ ਸੂਰਜ ਚੰਦ ਤਾਰੇ ਬਣ ਗਏ। ਫਿਰ ਆਪਣੀ ਹੀ ਨਿਰਾਲੀ ਖੇਡ ਦੇ ਵਿੱਚ ਆਪ ਅਵਤਾਰ ਧਾਰਿਆ ਏ ਉਸ ਡਾਢੇ ਨੇ। ਬੇਅੰਤ ਰੰਗਾਂ ਦੇ ਵਿੱਚ ਕਿਤੇ ਉਹ ਰਾਮ ਬਣਿਆ ਹੋਏਗਾ, ਕਿਤੇ ਰਾਵਣ ਵੀ ਬਣਿਆ ਹੋਏਗਾ,
ਸੁਣਨ ਨੂੰ ਇਹ ਬਾਤਾਂ ਔਖੀਆਂ ਲੱਗਦੀਆਂ ਨੇ, ਪਰ ਹੈ ਤੇ ਉਹੀ। ਪਰ ਜਦੋਂ ਆਪਣੀ ਹੀ ਖੇਡ ਨੂੰ ਉਹਨੇ ਪ੍ਰਗਟ ਕਰਨਾ ਸੀ ਨਾ, ਆਪਣੇ ਹੀ ਰੰਗ ਨੂੰ, ਤੇ ਫਿਰ ਮੇਰਾ ਗੋਬਿੰਦ ਬਣਿਆ। ਉਹਦੇ ਗੁਣਾਂ ਦਾ ਕਥਨ ਕਰਨਾ ਬੜਾ ਔਖਾ ਹੈ। ਬੜੇ ਇਤਿਹਾਸਕਾਰ, ਬੁੱਧੀਜੀਵ, ਵਿਦਵਾਨ ਇਹ ਅਕਸਰ ਰੌਲਾ ਪਾਉਂਦੇ ਨੇ ਕਿ ਇਤਿਹਾਸ 'ਚ ਰੌਲਾ ਪੈ ਗਿਆ, ਇਤਿਹਾਸ ਗਲਤ ਹੋ ਗਿਆ। ਪਰ ਅਸੀਂ ਇੱਕ ਬਾਤ ਕਹਿੰਦੇ ਹਾਂ, ਜਾਓ ਤੁਸੀਂ ਫੇਰ ਸ਼ੁਰੂ ਤੋਂ ਲਿਖੋ, ਫੇਰ ਕੁਝ ਨਾ ਕੁਝ ਉਰੇ ਰਹਿ ਜਾਏਗਾ, ਕਿਉਂਕਿ ਕਿਹੜੀ ਕਲਮ ਹੈ ਜਿਹੜੀ ਮੇਰੇ ਗੋਬਿੰਦ ਦੇ ਗੁਣ ਲਿਖ ਸਕੇ? ਕਿਹੜਾ ਉਹ ਕਾਗਜ਼ ਹੈ ਜਿਹਦੇ ਤੇ ਉਹਦੇ ਗੁਣਾਂ ਦੀ ਬਾਤ ਨੂੰ ਉਲੀਕਿਆ ਜਾ ਸਕਦਾ ਹੈ? ਕੀ ਉਲੀਕਿਆ ਜਾਏਗਾ? ਉਸ ਪਿਆਰੇ ਗੋਬਿੰਦ ਦੀ ਬਾਤ ਨੂੰ ਉਲੀਕਿਆ ਕਿਵੇਂ ਜਾਏਗਾ? ਸ਼ਬਦਾਂ ਦੇ ਵਿੱਚ ਕਿਵੇਂ ਲਿਖਿਆ ਜਾਏਗਾ? ਜਿਹੜਾ ਤੇਰੀ ਬੁੱਧ ਦੇ ਵਿੱਚ ਆ ਜਾਵੇ, ਅੱਜ ਦੇ ਹੇ ਮਨੁੱਖ, ਜਿਹੜਾ ਤੇਰੀ ਬੁੱਧ ਦੇ ਵਿੱਚ ਆਵੇ, ਉਹ ਮੇਰਾ ਗੋਬਿੰਦ ਨਹੀਂ ਹੁੰਦਾ। ਉਸ ਸਾਹਿਬੇ ਕਮਾਲ ਦੇ ਤੇ ਜਿਹੜੇ ਕੋਲ ਰਹੇ ਨਾ, ਗੁਰਸਿੱਖ ਜਿਹੜੇ ਕੋਲ ਰਹੇ, ਉਹਨਾਂ ਬਾਰੇ ਵੀ ਕੁਝ ਲਿਖਿਆ ਨਹੀਂ ਜਾ ਸਕਦਾ। ਉਸ ਸਾਹਿਬ ਦੇ ਕੋਲ ਰਹਿ ਕੇ ਦੇਗਾਂ 'ਚ ਕਿਵੇਂ ਉਬਲਦੇ ਨੇ, ਇਹ ਕੌਣ ਲਿਖੇਗਾ? ਕਿਹੜੇ ਇਤਿਹਾਸ 'ਚ ਜ਼ਿਕਰ ਕਰਾਂਗੇ? ਮਤ ਤੇ ਕਹੇ ਗਈ ਦੇਗਾਂ 'ਚ ਉਬਲਣਾ ਤੇ ਬੜਾ ਔਖਾ ਹੈ। ਚਮੜੀ ਦਾ ਦਿੜ ਜਾਣਾ ਬੜਾ ਔਖਾ ਹੈ। ਸਰੀਰ ਛਾਲਿਆਂ ਨਾਲ ਭਰ ਜਾਣਾ ਉਬਲ ਉਬਲ ਕੇ ਬੜਾ ਔਖਾ ਹੈ। ਮਤ ਤੇ ਕਹੇਗੀ, ਸਮਝ ਤੇ ਕਹੇਗੀ, ਪਰ ਤੇਰੀ ਸਮਝ ਤੋਂ ਪਰੇ ਦੀਆਂ ਬਾਤਾਂ ਨੇ। ਸਮਝਿਆ ਨਹੀਂ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਉਹਦੇ ਰੰਗ ਦੇ ਵਿੱਚ ਰੰਗ ਹੋਇਆ ਜਾ ਸਕਦਾ ਹੈ, ਮਾਣਿਆ ਨਹੀਂ ਜਾ ਸਕਦਾ। ਚਰਖੜੀਆਂ ਤੇ ਚੜ ਜਾਣਾ, ਕਤੀ ਸੀ ਤੱਕ ਨਹੀਂ ਕਰਨੀ, ਇਹ ਉਹਦੇ ਕੋਲ ਰਹਿਣ ਵਾਲਿਆਂ ਦੀਆਂ ਬਾਤਾਂ ਨੇ। ਜਿਵੇਂ ਹੁਣੇ ਗੁਰੂ ਪਿਆਰਿਆਂ ਨੇ ਕਿਹਾ ਕਿ ਸਾਹਿਬਜ਼ਾਦੇ ਨੀਹਾਂ 'ਚ ਖੜ ਗਏ। ਨੀਹਾਂ 'ਚ ਖੜਨਾ ਉਹਨਾਂ ਨੂੰ 5 ਸਾਲਾਂ 'ਚ ਆ ਗਿਆ। ਕੀਤਾ ਕੀ? ਪਿਆਰੇ ਗੋਬਿੰਦ ਦੇ ਕੋਲ ਰਹੇ। ਅੱਜ ਦਿੱਕਤ ਕਿੱਥੇ? ਅਸੀਂ ਜਾਂ ਤੇ ਆਪਣੇ ਫੋਨਾਂ ਦੇ ਕੋਲ ਹਾਂ, ਜਾਂ ਅਸੀਂ ਜਿਹੜੇ ਉਹ ਟੀਵੀਆਂ ਦੇ ਕੋਲ ਆ, ਲੜਾਈਆਂ ਦੇ ਕੋਲ ਆ, ਸਰਪੰਚਾਂ, ਚੇਅਰਮੈਨਾਂ, ਮੰਤਰੀਆਂ ਦੇ ਕੋਲ ਆ, ਲੜਾਈਆਂ ਝਗੜਿਆਂ ਠੇਕਿਆਂ ਦੇ ਕੋਲ ਆ, ਪਰ ਗੋਬਿੰਦ ਦੇ ਕੋਲ ਨਹੀਂ ਹੈ। ਬੜੀ ਅਚਰਜ ਬਾਤ ਹੈ ਨਾ। ਜੇ ਸੁੱਖ ਦੀ ਗੱਲ ਕਰੀਏ ਤੇ ਉਹਨਾਂ ਗੁਰਸਿੱਖਾਂ ਦਾ ਸੁੱਖ ਪਤਾ ਕੀ ਸੀ? ਆਪਣੇ ਪਿਆਰੇ ਦੇ ਕੋਲ ਰਹਿਣਾ, ਆਪਣੇ ਸਾਹਿਬ ਦੇ ਕੋਲ ਰਹਿਣਾ, ਆਪਣੇ ਪਿਆਰੇ ਨੂੰ ਵੇਖਦੇ ਰਹਿਣਾ। ਆਪ ਜੀ ਕਦੀ ਹਿਰਦੇ ਦੀਆਂ ਅੱਖਾਂ ਦੇ ਨਾਲ ਆਪਣੇ ਪਿਆਰੇ ਗੋਬਿੰਦ ਨੂੰ ਦੇਖਿਓ ਤੇ ਸਹੀ। ਇੱਕ ਹੀ ਸ਼ਬਦ ਹਿਰਦਾ ਕਹੇਗਾ ਕਿ ਤੂੰ ਵਾਹਿਗੁਰੂ ਏ, ਤੂੰ ਵਾਹਿਗੁਰੂ ਏ, ਤੇਰੇ ਵਰਗਾ ਕੋਈ ਨਹੀਂ। ਸ਼ਬਦਾਂ 'ਚ ਨਹੀਂ ਪਾਇਆ ਜਾ ਸਕਦਾ ਉਸ ਸਾਹਿਬ ਨੂੰ। ਬੜੀ ਔਖੀ ਬਾਤ ਹੈ। ਪਰ ਆਪਣੇ ਪਿਆਰੇ ਦੀਆਂ ਵਡਿਆਈਆਂ ਨੂੰ ਵਿਚਾਰਿਆ ਕਰੋ, ਆਪਣੇ ਪਿਆਰੇ ਦੇ ਗੁਣਾਂ ਨੂੰ ਗਾਇਆ ਕਰੋ। ਕਦੀ ਬਹਿ ਕੇ ਦੇਖਿਆ ਕਰੋ ਕਿ ਕਿਵੇਂ ਉਹ ਜਿਹੜਾ ਇਹ ਸਾਹਿਬ, ਉਹਦੇ ਜਿਹੜੇ ਸਾਹਿਬਜ਼ਾਦੇ ਨੇ ਕਿਵੇਂ ਸ਼ਹੀਦ ਹੋਏ ਹੋਣਗੇ। ਚਮਕੌਰ ਦੀ ਗੜੀ ਵੱਲ ਨੂੰ, ਜਿਹਨੂੰ ਅੱਜ ਪ੍ਰੇਮ ਨਾਲ, ਸਤਿਕਾਰ ਨਾਲ ਫਤਿਹਗੜ੍ਹ ਸਾਹਿਬ ਕਹਿੰਦੇ ਆ ਨਾ, ਜਾਂ ਚਮਕੌਰ ਦੀ ਸਰਹੰਦ ਕਹਿੰਦੇ ਆ, ਜਾਂ ਚਮਕੌਰ ਦੀ ਗੜੀ ਕਹਿੰਦੇ ਆ, ਉੱਥੇ ਜਾ ਕੇ ਬਸ ਇਹ ਨਹੀਂ ਕਿ ਟਰੈਕਟਰਾਂ ਤੇ ਆਪਣੇ ਵੱਡੇ ਵੱਡੇ ਸਪੀਕਰ ਲਾ ਲਏ ਤੇ ਚਲੇ ਗਏ, ਉਹਨਾਂ ਨੂੰ ਵਜਾਉਂਦੇ ਚਲੇ ਗਏ। ਕੋਈ ਪਕੌੜੇ ਖਾਣ ਡਿਆ, ਕੋਈ ਟਿੱਕੀਆਂ ਖਾਣ ਡਿਆ। ਕਦੀ ਬਹਿ ਕੇ ਤੜਫਿਆ ਕਰੋ ਕਿ ਸਤਿਗੁਰੂ, ਮੈਂ ਇੱਦਾਂ ਦਾ ਸਾਹਿਬਜ਼ਾਦਾ ਕਦੋਂ ਬਣਾਂਗਾ? ਕਿ ਮੇਰੇ ਭਾਗਾਂ ਦੇ ਵਿੱਚ, ਇਸ ਜਨਮ ਦੇ ਵਿੱਚ ਇਹ ਅਵਸਥਾ ਹੈ ਕਿ ਮੈਂ ਕਦੀ ਇਹਨਾਂ ਕੁਰਬਾਨੀਆਂ ਤੱਕ ਪਹੁੰਚਾਂਗਾ? ਹੁਣੇ ਪਿਆਰਿਆਂ ਨੇ ਬੜੇ ਪਿਆਰੇ ਸ਼ਬਦ ਪੜ੍ਹੇ, ਸਤਿਗੁਰੂ ਦੀ ਬਾਣੀ ਹੈ ਨਾ। ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਆਪ ਜੀ ਸਤਿਗੁਰੂ ਦੀ ਬਾਣੀ ਨੂੰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਕੀ ਹੋ?
ਕਹਿਣ ਨੂੰ ਤੇ ਸਾਰੇ ਕਹਿੰਦੇ ਆ ਇਹ ਸਾਡੇ ਗੁਰੂ ਨੇ, ਇਹ ਨਿਰੰਕਾਰ ਨੇ, ਇਹ ਆਪ ਵਾਹਿਗੁਰੂ ਨੇ, ਇਹ ਅਕਾਲ ਪੁਰਖ ਕਹਿੰਦੇ ਆ ਨਾ। ਗਾਉਣੇ ਵੀ ਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਗਾਉਣੇ ਵੀ ਆ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਜਦੋਂ ਆਪ ਜੀ ਦਾ ਨਿਰੰਕਾਰ, ਆਪ ਜੀ ਦੇ ਗੁਰੂ, ਆਪ ਜੀ ਦੇ ਪਿਤਾ ਆਪ ਜੀ ਨੂੰ ਇਹ ਬਾਤ ਕਹਿੰਦੇ ਨੇ ਕਿ ਹੇ ਭੋਲਿਆ, ਹੇ ਕਮਲਿਆ, ਜਿੱਧਰ ਤੂੰ ਭੱਜ ਰਿਹਾ ਇੱਧਰ ਸੁੱਖ ਨਹੀਂ ਏ। ਤੂੰ ਪੈਸੇ ਪਿੱਛੇ ਭੱਜ ਰਿਹਾ ਏ, ਪੈਸੇ 'ਚ ਸੁੱਖ ਨਹੀਂ ਏ। ਸੁੱਖ ਨਾ ਹੀ ਬਹੁਤੇ ਧਨ ਖਾਟੇ। ਸੁੱਖ ਨਹੀਂ ਏ ਕਿ ਤੂੰ ਜਿਹੜਾ ਏ ਆ ਆਪਣੇ ਫੋਨਾਂ ਦੇ ਉੱਤੇ, ਆਪਣੇ ਟੀਵੀ ਦੇ ਉੱਤੇ ਨਾਟਕ ਚੇਟਕ ਤੇ ਨ੍ਰਿਤ ਵੇਖਦਾ ਫਿਰੇ। ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਨਿਰਤ ਨਾਟੇ ਨਾਟਕ ਤੇ ਨਿਰਤ। ਸੁੱਖ ਨਹੀਂ ਏ ਇਹਦੇ 'ਚ। ਤੂੰ ਬਾਹਰ ਦੇ ਦੇਸ਼ਾਂ ਨੂੰ ਭੱਜ ਰਿਹਾ ਏ, ਸੁੱਖ ਨਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਬਹੁਤੇ ਦੇਸ਼ ਕਮਾਇਆ ਸੁੱਖ ਨਹੀਂ ਏ। ਅਸੀਂ ਉਹਨਾਂ ਦੇਸ਼ਾਂ 'ਚ ਵਿਚਰਦੇ ਰਹਿੰਦੇ, ਜਿਵੇਂ ਹੁਣੇ ਗੁਰੂ ਪਿਆਰਿਆਂ ਨੇ ਕਿਹਾ ਨਾ ਕਿ ਬਾਹਰ ਬੜੀ ਸਿੱਖੀ ਏ ਤੇ ਇੱਥੇ ਨਹੀਂ। ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਏ। ਜਿਹੜਾ ਵੀ ਕੋਈ ਗੁਰਸਿੱਖ, ਚਾਹੇ ਉਹ ਇੱਥੇ ਰਹਿੰਦਾ ਹੋਏਗਾ ਚਾਹੇ ਬਾਹਰ ਰਹਿੰਦਾ ਹੋਏਗਾ, ਇਸ ਪਿਆਰੇ ਦੇ ਕੋਲ ਰਹੇਗਾ ਨਾ, ਉਹ ਸੋਹਣਾ ਹੋ ਜਾਂਦਾ ਏ। ਜਿਹੜਾ ਇਹਦੇ ਤੋਂ ਦੂਰ ਜਾਂਦਾ ਏ ਨਾ, ਉਹ ਬੁਰਾ ਹੋ ਜਾਂਦਾ ਏ। ਜਿਹੜਾ ਆਪਣੇ ਪਿਆਰੇ ਦੀ ਬਾਤ ਨੂੰ ਦੇਖਦਾ ਏ, ਜਿਹੜਾ ਆਪਣੇ ਪਿਆਰੇ ਦੇ ਨਾਲ ਚੱਲਦਾ ਏ, ਪਤਾ ਕਿਵੇਂ? ਛੋਟੀ ਜੀ ਬਾਤ ਨੂੰ ਸਮਝ ਲੈਣਾ, ਆਪ ਜੀ ਨੂੰ ਨੁਕਤਾ ਪਕੜ 'ਚ ਆਏਗਾ। ਉਸ ਪਿਆਰੇ ਨੇ ਜੇ ਇੰਨੀਆਂ ਕੁਰਬਾਨੀਆਂ ਕਰਕੇ, ਇੰਨੀਆਂ ਵਡਿਆਈਆਂ, ਇੰਨੇ ਗੁਣਾ, ਤੇ ਕਦੀ ਜਿਹਨੂੰ ਆਲਸ ਤੇ ਸੁੱਖ ਨੂੰ ਅਸੀਂ ਸੁੱਖ ਮੰਨ ਬੈਠੇ ਆ, ਉਸ ਸੁੱਖ ਨੂੰ ਕਦੀ ਨਹੀਂ ਉਹਨੇ ਭੋਗਿਆ। ਤੇ ਜੇ ਇੰਨੀਆਂ ਕੁਰਬਾਨੀਆਂ ਕਰਕੇ ਉਸ ਪਿਆਰੇ ਨੇ ਆਪ ਜੀ ਵਾਸਤੇ ਇੱਕ ਬੜਾ ਅਸਚਰਜ ਧਰਮ ਰਚਿਆ ਏ, ਤੇ ਜ਼ਰੂਰ ਬਾਤ ਹੋਏਗੀ ਕੋਈ, ਉਹਦੀ ਇੱਕ ਇੱਕ ਕਲਾ 'ਚ ਬਾਤ ਹੋਏਗੀ ਕੋਈ। ਇਹਦੇ ਕੋਲ ਰਹਿਣਾ ਕਿਵੇਂ? ਦੋ ਤਰ੍ਹਾਂ ਨਾਲ ਰਹਿ ਸਕਦੇ। ਅੱਜ ਅਸੀਂ ਭਾਈ ਸਤਵੰਤ ਸਿੰਘ ਜਿਹੜੇ ਕੌਮ ਦੇ ਸ਼ਹੀਦ ਨੇ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ, ਉਹਨਾਂ ਦੀ ਬਰਸੀ 'ਤੇ ਸੀ। ਬੜੇ ਬੁਲਾਰਿਆਂ ਨੇ ਉੱਥੇ ਕਈ ਬਾਤਾਂ ਕੀਤੀਆਂ, ਸ਼ਰਧਾਂਜਲੀ ਦਿੱਤੀ। ਕਈ ਤੇ ਮੇਰੇ ਵਰਗੇ ਗਏ ਸੀ ਜਿਹੜੇ ਸਿਰਫ ਪ੍ਰੌਕਸੀ ਲਵਾਉਣ ਡੇ ਸੀ। ਪ੍ਰੌਕਸੀ ਸਮਝਦੇ ਹੋ ਨਾ? ਜਿਹੜੇ ਸਕੂਲ ਪੜ੍ਹਦੇ ਹੋਣਗੇ ਉਹਨਾਂ ਨੂੰ ਪ੍ਰੌਕਸੀ ਦਾ ਪਤਾ ਹੋਏਗਾ। ਪ੍ਰੌਕਸੀ ਹੁੰਦੀ ਏ ਕਿ ਭਾਈ ਅੱਜ ਮੈਂ ਸਕੂਲ ਨਹੀਂ ਜਾਣਾ, ਤੂੰ ਮੇਰੀ ਜਗ੍ਹਾ ਤੇ ਹਾਜ਼ਰੀ ਬੋਲਦੀ। ਜਦੋਂ ਮੈਡਮ ਜਾਂ ਮਾਸਟਰ ਬੋਲੂਗਾ ਨਾ ਕਿ ਫਲਾਣਾ ਸਿੰਘ, ਤੇ ਤੂੰ ਠਾਹ ਨੂੰ ਮੂੰਹ ਕਰਕੇ ਜੀ ਸਰ ਕਹਿ ਦਈ ਕਿ ਮੈਂ ਹਾਜ਼ਰ ਹਾਂ ਜੀ। ਕਈ ਤੇ ਇਹ ਹੋਈ ਕਿ ਅੱਜ ਫਲਾਣਾ ਨਹੀਂ ਆਇਆ ਉਹਦੀ ਹਾਜ਼ਰੀ, ਅੱਜ ਫਲਾਣਾ ਨਹੀਂ ਆਇਆ ਉਹਦੀ ਹਾਜ਼ਰੀ। ਤੇ ਸਿੰਘਾਂ ਨਾਲ ਹੱਸਣ ਡਏ ਹਾਂ ਕਿ ਅਸੀਂ ਆਪ ਹੀ ਮਨਾ ਕਰ ਦਿੱਤਾ ਸਮਾਂ ਲੈਣ ਤੋਂ, ਨਹੀਂ ਤੇ ਲੈਂਦੇ ਤੇ ਜ਼ਰੂਰ ਕਹਿਣਾ ਸੀ ਕਿ ਅਸੀਂ ਵੀ ਪ੍ਰੌਕਸੀ ਲਵਾਉਣ ਆਏ ਹਾਂ। ਉਹ ਜਮਦੂਤ ਸਾਨੂੰ ਮਿਲੇ ਸੀ, ਕਹਿੰਦੇ ਮੇਰੀ ਵੀ ਹਾਜ਼ਰੀ ਲਵਾ ਦਿਓ ਕਿ ਬੰਦੇ ਬਣ ਜਾਓ, ਨਹੀਂ ਤੇ ਅਸੀਂ ਵੀ ਕਿਸੇ ਦਿਨ ਆ ਜਾਣਾ ਜੀ। ਕਰ ਕੀ ਰਹੇ ਹਾਂ? ਇੱਕ ਸਮਰਪਣ ਦੀ ਦੁਨੀਆ ਏ। ਦੋ ਰੰਗ ਨੇ, ਸਮਰਪਣ ਤੇ ਸਵਾਰਥ। ਇਸ ਦੁਨੀਆ ਪੂਰੀ ਦੀ ਰਚਨਾ ਦੇ ਦੋ ਢੰਗ ਨੇ, ਸਵਾਰਥ ਤੇ ਸਮਰਪਣ। ਸਵਾਰਥ ਦੇ ਵਿੱਚ ਕੀ ਏ? ਸਿਰਫ ਮੈਂ ਹੀ ਮੈਂ, ਮੈਨੂੰ ਚਾਹੀਦਾ, ਮੇਰਾ ਏ, ਮੈਂ ਵੱਡਾ, ਮੈਂ ਅਮੀਰ, ਮੈਂ ਜਿਹੜਾ ਏ ਉਹ ਚੌਧਰੀ। ਤੇ ਸਮਰਪਣ ਦੀ ਦੁਨੀਆ 'ਚ ਸੇਵਾ ਬਸ। ਹਰ ਕਰਮ ਸਵਾਰਥ ਦੀ ਦੁਨੀਆ ਦੇ ਵਿੱਚ ਖੋਹ ਹੋਏਗੀ, ਲੁੱਟ ਹੋਏਗੀ, ਝਗੜਾ ਹੋਏਗਾ, ਬੇਈਮਾਨੀ ਹੋਏਗੀ, ਪਾਪ ਹੋਏਗਾ। ਤੇ ਸਮਰਪਣ ਦੀ ਦੁਨੀਆ ਦੇ ਵਿੱਚ ਜੇ ਇੱਕ ਬੋਲ ਵੀ ਬੋਲੋ ਤੇ ਅਜਿਹਾ ਬੋਲੋ ਜਿਹੜਾ ਮੇਰੇ ਗੋਬਿੰਦ ਨੂੰ ਭਾਵੇ। ਕਰਮ ਕਰੋ, ਕਿਸੇ ਨੂੰ ਵੇਖੋ ਹੀ ਸਹੀ, ਤੇ ਇਹੋ ਜਿਹਾ ਵੇਖੋ ਕਿ ਉਹ ਗੋਬਿੰਦ ਤੈਨੂੰ ਦੇਖਦਾ ਹੋਣਾ, ਉਹਨੂੰ ਚੰਗਾ ਲੱਗਦਾ ਹੋਏਗਾ ਕਿ ਨਹੀਂ। ਆਪਣੇ ਕਰਮ ਨੂੰ ਸਤਿਗੁਰੂ ਦੇ ਚਰਨਾਂ 'ਚ ਭੇਟ ਕਰੀ ਜਾਣਾ। ਕਈ ਵਾਰਾਂ ਕਈ ਗੁਰਸਿੱਖ ਜੀਵਨ ਕਮਾਉਣ ਲਈ ਕੋਲ ਆਉਂਦੇ ਨੇ ਤੇ ਪਿਆਰੇ ਸਤਿਗੁਰੂ ਦੀ ਬਾਤ ਸਮਝਾਉਨੇ ਆ। ਸਤਿਗੁਰੂ ਦੀ ਜਿਹੜੀ ਇੱਕ ਇੱਕ ਪੰਕਤੀ ਹੈ ਨਾ, ਸਿਰਫ ਗਾਉਣ ਨੂੰ ਤੇ ਗੁਣ ਗਣਾਉਣ ਨੂੰ ਨਹੀਂ ਹੈ, ਸੁਣਨ ਨੂੰ ਨਹੀਂ ਹੈ।
ਇਹ ਬੰਦਗੀ ਏ, ਸਾਧਨਾ ਏ, ਆਪ ਜੀ ਦਾ ਰੰਗ ਏ, ਜੀਵਨ ਦਾ ਪੂਰਾ ਢੰਗ ਏ। ਇਸ ਸਤਿਗੁਰੂ ਦੇ ਹੁਕਮ ਨੂੰ ਕਮਾ ਕੇ ਜਾਂ ਤੇ ਤੁਸੀਂ ਪਰਮ ਆਨੰਦ ਦੇ ਵਿੱਚ ਜਾ ਸਕਦੇ ਹੋ, ਜਿੱਥੇ ਕੋਈ ਕਲਾ ਕਲੇਸ਼ ਨਹੀਂ, ਜਿੱਥੇ ਕੋਈ ਦੁੱਖ ਨਹੀਂ, ਝਗੜਾ ਨਹੀਂ, ਝਮੇਲਾ ਨਹੀਂ, ਜਿੱਥੇ ਕੋਈ ਉੱਚਾ ਨਹੀਂ, ਨੀਵਾਂ ਨਹੀਂ, ਅਮੀਰ ਨਹੀਂ, ਗਰੀਬ ਨਹੀਂ, ਜਿੱਥੇ ਇੱਕ ਹੀ ਸ਼ਕਤੀ ਰੂਪ ਉਹ ਪਰਮਾਤਮਾ ਏ, ਜਿਹੜਾ ਬੂਟਿਆਂ ਦੇ ਵਿੱਚ ਬਣ ਰਿਹਾ ਏ, ਪੱਤਿਆਂ ਦੇ ਵਿੱਚ ਬਣ ਰਿਹਾ ਏ, ਫੁੱਲਾਂ ਦੇ ਵਿੱਚ ਬਣ ਰਿਹਾ ਏ, ਪਹਾੜਾਂ ਦੇ ਵਿੱਚ ਬਣ ਰਿਹਾ ਏ, ਆਪ ਜੀ ਦੇ ਬੱਚਿਆਂ ਦੇ ਵਿੱਚ ਵੀ ਬਣ ਰਿਹਾ ਏ। ਆਪ ਜੀ ਸੋਚਦੇ ਹੋ ਆ ਜਿਹੜਾ ਮੈਂ ਮੇਰੀ ਦਾ ਸੰਸਾਰ ਰਚਿਆ, ਆ ਮੇਰੀ ਭੂਆ, ਆ ਮੇਰਾ ਚਾਚਾ, ਆ ਮੇਰਾ ਤਾਇਆ, ਸਤਿਗੁਰੂ ਕਹਿੰਦੇ ਤੇਰੇ ਕੋਈ ਨਹੀਂ ਏ, ਇਹ ਸਾਰੇ ਜਿਹੜੇ ਮਾਇਆ ਸੰਬੰਧੇ ਹੀ ਨੇ, ਇਹ ਮਾਇਆ ਦੇ ਸੰਬੰਧ ਨੇ, ਤੇਰਾ ਇਹਨਾਂ 'ਚ ਕੋਈ ਨਹੀਂ। ਅਸੀਂ ਪੁੱਛਦੇ ਹਾਂ, ਇੱਕ ਪੁੱਤਰ ਨੂੰ ਇੱਕ ਮਾਂ ਨੇ ਪਿਤਾ ਦੇ ਸੰਜੋਗ ਤੋਂ ਜਨਮ ਦਿੱਤਾ, ਚਲੋ ਸੋਚ ਕੇ ਦੱਸੋ ਪੁੱਤਰ ਨੂੰ ਤੁਸੀਂ ਕੀ ਦਿੱਤਾ? ਕੀ ਬਣਾਇਆ ਹੈ ਪੁੱਤਰ ਦਾ? ਤੁਸੀਂ ਅੱਖ ਬਣਾਈ, ਕੰਨ ਬਣਾਇਆ, ਨੱਕ ਬਣਾਇਆ, ਇੱਕ ਰੋਮ ਹੀ ਬਣਾਇਆ ਹੋਵੇ? ਥੋੜਾ ਜਿਹਾ ਜਿਗਰਾ ਵੱਡਾ ਕਰਕੇ ਸੁਣਨਾ, ਗੁਰੂ ਨਾਨਕ ਦੀ ਗ੍ਰਿਸ਼ਤੀ ਇੰਨੀ ਨੀਵੀਂ ਨਹੀਂ ਸੀ। ਜਿਹਨੂੰ ਅਸੀਂ ਗ੍ਰਿਸ਼ਤੀ ਕਹਿੰਦੇ ਆ, ਉਹ ਸਤਿਗੁਰੂ ਨਾਨਕ ਦੀ ਗ੍ਰਿਸ਼ਤੀ ਨਹੀਂ ਹੈ। ਗੁਰੂ ਨਾਨਕ ਦੀ ਗ੍ਰਿਸ਼ਤੀ ਜੇ ਜੋਗੀਆਂ, ਸੰਨਿਆਸੀਆਂ, ਜੰਗਮਾਂ, ਜਪੀਆਂ, ਤਪੀਆਂ ਤੋਂ ਉੱਤੇ ਹੋਏਗੀ ਤੇ ਸੰਭਾਵਕ ਹੈ ਕਿ ਉਸ ਗ੍ਰਿਸ਼ਤੀ ਦੇ ਵਿੱਚ ਪਰਮਾਤਮਾ ਦਾ ਮਿਲਾਪ ਹੋਏਗਾ। ਹੁਣ ਅਸੀਂ ਆਪ ਜੀ ਨੂੰ ਪੁੱਛਦੇ ਹਾਂ, ਆਪ ਜੀ ਦੀ ਗ੍ਰਿਸ਼ਤੀ ਪਰਮਾਤਮਾ ਦੇ ਮਿਲਾਪ ਵਾਸਤੇ? ਸਾਨੂੰ ਸਤਿਗੁਰੂ ਨੇ ਕਈ ਸਾਲ ਪਹਿਲਾਂ ਗੱਲ ਸਮਝਾਈ ਸੀ। ਜਿਸ 10ਵੇਂ ਨਾਨਕ ਦੀ ਆਪ ਜੀ ਅੱਜ ਆਗਮਨ ਪੁਰਬ ਮਨਾ ਰਹੇ ਹੋ ਨਾ, ਉਹਦੀਆਂ ਬਾਤਾਂ ਨੂੰ ਸਮਝੋ। ਉਹ ਆਪ ਜੀ ਵਾਸਤੇ ਇੰਨੀਆਂ ਕੁਰਬਾਨੀਆਂ ਕਰ ਗਏ, ਆਪ ਜੀ ਵਾਸਤੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਣਵਾ ਗਏ, ਆਪ ਜੀ ਦੇ ਰੰਗ ਵਾਸਤੇ। ਜ਼ਰੂਰ ਉਸ ਨੇ ਇਸ ਧਰਮ ਦੇ ਵਿੱਚ ਆਪ ਜੀ ਦੇ ਭਲੇ ਵਾਸਤੇ, ਸੁੱਖ ਵਾਸਤੇ ਕੁਝ ਰੱਖਿਆ ਹੋਏਗਾ। ਜੇ ਉਹਨੂੰ ਸਮਝਿਆ ਨਾ, ਜੇ ਉਸ ਰੰਗ ਨੂੰ ਪਹਿਚਾਣਿਆ ਨਾ, ਮਾਣਿਆ ਨਾ, ਉਸ ਰੰਗ ਨਾਲ ਰੰਗ ਨਾ ਹੋਏ, ਤੇ ਫਿਰ ਇਹੋ ਕੁਝ ਹੀ ਕਰਦੇ ਰਵਾਂਗੇ। ਫਲਾਣਾ ਜਿਹੜਾ ਨਾ ਉਹ ਮੇਰਾ ਸ਼ਰੀਕਾ ਏ, ਫਲਾਣੇ ਨੇ ਮੈਨੂੰ ਉਹ ਗੱਲ ਕਹੀ ਸੀ, ਫਲਾਣੇ ਨੇ ਮੇਰੇ ਦਾਦੇ ਨੂੰ ਉਹ ਗੱਲ ਕਹੀ ਸੀ, ਫਲਾਣੇ ਨੇ ਆਹ ਕੀਤਾ, ਫਲਾਣੀ ਭੈਣਾ ਨਹੀਂ ਚੰਗੀ, ਫਲਾਣੇ ਨੇ ਆਹ ਕੀਤਾ। ਸਾਰੀ ਉਮਰ ਕਲਪਦੇ ਰਵਾਂਗੇ। ਪਰ ਸਤਿਗੁਰੂ ਪਿਆਰੇ ਦੀ ਬਾਤ ਨੂੰ ਸਮਝੀਏ ਨਾ, ਤੇ ਇੱਕ ਇੱਕ ਰੰਗ ਕਮਾਈ ਦਾ ਏ, ਆਪ ਜੀ ਦਾ ਕੁਝ ਨਹੀਂ ਏ। ਇੱਕ ਮਾਤਾ ਪਿਤਾ ਨੂੰ, ਜਿਹਨੂੰ ਗ੍ਰਿਸ਼ਤੀ ਕਹਿੰਦੇ ਆ ਨਾ, ਅਸੀਂ ਹੈਰਾਨ ਹੋ ਜਾਂਦੇ ਕਈ ਵਾਰਾਂ। ਕਈ ਗੁਰਸਿੱਖਾਂ ਨੂੰ ਪੁੱਛੀਏ ਨਾ ਕਿ ਜੇ ਇਹ ਭਚੰਗੀ ਜਿਹੜਾ ਆਪ ਜੀ ਦਾ ਏ, ਆਨੰਦ ਕਾਰਜ ਅਜੇ ਨਹੀਂ ਕਰਾਉਣਾ ਚਾਹੁੰਦਾ, ਤੇ ਕੋਈ ਗੱਲ ਨਹੀਂ, ਤੇ ਕਹਿਣਗੇ ਖਾਲਸਾ ਜੀ ਗ੍ਰਿਸ਼ਤੀ ਏ, ਗ੍ਰਿਸ਼ਤੀ ਤੇ ਗੁਰੂ ਨਾਨਕ ਦੀ ਮਾਰਗ ਏ। ਕਹਿੰਦੇ ਨੇ ਸਭ ਤੋਂ ਉੱਤਮ ਏ, ਪ੍ਰਧਾਨ ਏ ਗ੍ਰਿਸ਼ਤੀ। ਉਹਨਾਂ ਹੀ ਜੀਆਂ ਨੂੰ ਕਹੀਏ ਨਾ ਕਿ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਚੰਗੇ ਕਰਮ ਕਰਿਆ ਕਰੋ, ਲੜਿਆ ਨਾ ਕਰੋ, ਮੰਦੀਆਂ ਗਾਲਾਂ ਨਾ ਕੱਢਿਆ ਕਰੋ, ਤੇ ਕਹਿਣਗੇ ਖਾਲਸਾ ਜੀ ਅਸੀਂ ਕਿੱਥੇ ਨਾਮ ਜਪ ਸਕਦੇ, ਅਸੀਂ ਤੇ ਗ੍ਰਿਸ਼ਤੀ ਹਾਂ। ਹੈਰਾਨੀ ਦੀ ਗੱਲ ਹੈ ਨਾ, ਜਦੋਂ ਆਪਣਾ ਮੁੰਡਾ ਵਿਆਹਣਾ ਹੈ ਉਦੋਂ ਗ੍ਰਿਸ਼ਤੀ। ਆਨੰਦ ਕਾਰਜ ਦੀ ਖੇਡ ਨੂੰ ਸਤਿਗੁਰੂ ਨੇ ਸਮਝਾਇਆ ਸੀ ਕਿ ਜੀਵਨ ਕਮਾਉਣ ਵਾਸਤੇ ਹੁੰਦੀ। ਗ੍ਰਿਸ਼ਤੀ ਜਿਹੜੀ ਏ ਇਹ ਇਸ ਭਵਜਲ ਤੋਂ ਪਾਰ ਜਾਣ ਵਾਸਤੇ ਹੁੰਦੀ। ਤੇ ਜਿਸ ਦਿਨ ਸਾਡਾ ਆਨੰਦ ਕਾਰਜ ਸੀ, ਉਸ ਦਿਨ ਉਸ ਧੀ ਰਾਣੀ ਨੂੰ, ਸਤਿਗੁਰੂ ਦੀ ਨੂੰ ਇੱਕ ਹੀ ਗੱਲ ਪੁੱਛੀ ਸੀ ਕਿ ਕਾਹਦੇ ਲਈ ਆਨੰਦ ਕਾਰਜ ਕਰਾਉਣਾ? ਜੀਵਨ ਕਮਾਉਣਾ ਏ ਜਾਂ ਲੋਕਾਂ ਵਾਂਗੂ ਪਤੀ ਪਤਨੀ ਬਣ ਕੇ ਬਸ ਲੜੀ ਜਾਣਾ, ਡਿਮਾਂਡਾਂ ਪੂਰੀਆਂ ਕਰਨ ਤੇ ਇਹ ਕਰਨਾ? ਕੀ ਕਰਨਾ ਏ? ਚਲੋ ਜੇ ਗੁਰੂ ਨਾਨਕ ਦੀ ਗ੍ਰਿਸ਼ਤੀ ਏ ਤੇ ਦਾਜ ਕੌਣ ਲੈਂਦਾ ਸੀ? ਗੁਰੂ ਨਾਨਕ ਨੇ ਲਿਆ ਸੀ? ਗੁਰੂ ਅੰਗਦ ਪਾਤਸ਼ਾਹ ਨੇ ਲਿਆ ਹੋਵੇ? ਸੋਚ ਕੇ ਦੇਖੋ ਨਾ, ਭੰਗੜੇ ਪਾਉਂਦੇ ਸੀ ਉਹ ਆਪ ਜੀ ਵਾਂਗੂ, ਡੀਜੇ ਲਾਉਂਦੇ ਹੋਣ, ਸ਼ਰਾਬਾਂ ਵੇਖ ਉਹਨਾਂ ਨੇ ਪਿਆਈਆਂ ਸੀ, ਮੀਟ ਵਰਤਾਇਆ ਹੋਵੇ, ਸ਼ਰਾਬਾਂ ਪਿਆਈਆਂ ਹੋਣ। ਗੁਰੂ ਨਾਨਕ ਦੀ ਗ੍ਰਿਸ਼ਤੀ ਤੇ ਨਾਮ ਤੇ ਇਹ ਗੁਰੂ ਨਾਨਕ ਨਾਲ ਧੋਖਾ ਕਿਉਂ? ਸੋਚਣੀ ਪਏਗੀ ਨਾ ਬਾਤ। ਚਲੋ ਬਾਕੀ ਸਾਰੀਆਂ ਗੱਲਾਂ ਛੱਡੋ, ਗਾਲਾਂ ਕੱਢਣੀਆਂ, ਆਪ ਜੀ ਗਾਲਾਂ ਕੱਢਦੇ ਹੋ ਨਾ,
हर कोई साडे मूँह ते चढ़ियां ने निक्कियां निक्कियां गालां। असीं हैरान हो जाने आ, इन्ना गंद असीं घरां दे विच बोलदे हां, कहण नूं असीं सिੱਖ हां। जे किते आप जी दी धी, आप जी दा पुत्तर आप जी नूं पुछ लवे कि पिता आ जिहड़े शब्द बोलदा है इहदा मतलब की है, की दस सकोगे? क्यों वो शब्द बोलदे? किन्ने सिखाए? किस गुरु ने सिखाए? सानू एक दूजे नाल लड़ना सिखाया? रौला ये नहीं है, रौला ये कि आप जी नूं जिन्हां ने ये गल दसनी सी ना, दो तीन तरह दीयां बातां होईयां। एक ते अज दा सिख जिहड़ा है ये इस मेरे मालक दा गुरु ग्रंथ साहिब जी दा सिख नहीं है, माफ़ कर देना पर सच ये होई है। अज दा सिख जिहड़ा है वो जां ते किसे कथावाचक दा सिख है, जां किसे बाबे दा सिख है, जां इंटरनेट दा सिख है, जां किताबां दा सिख है, अपने गुरु दा सिख नहीं है। गुरु ये जिहड़े तखत ते बैठे ने ये सतगुरु, सतगुरु दी बाणी इन्हां तो पढ़दे हो, अर्थ सिखदे हो किसे टीकाकार को, किसे व्याख्याकार को। फिर गुरु कौन है आप जी दा? असीं भी आप जी वांगू ये भरम भुलेखे करदे सी, पर एक दिन उन्हें कन्नों पकड़ के समझाया कि इदां नहीं, गुरसिखां तो पुछना चाहिदा, कथावाचकां तो पुछना चाहिदा, तेरे जीवन की यात्रा च सहायता करते हैं। पर सारे थां तो पुछ के जिथों तू पुछ सकदा है, जो सुविधा अनुसार है, फिर अपने गुरु दे कोल बह जाया कर, चौंकड़ा मार के ते ओदे चरनां ते सीस रख के पुछया करके, हे साहिबा तू मेरा गुरु है, तू समर्थ है, कण कण च तू विराजमान है, हर घट दे विच तू बोलदा है। आ जिहड़ी तेरी अगम्मी बाणी है ना, ਇਹਦੇ मैं इन्ने करत आले दुआलियों अपनी मेहनत कर आया, अपना होमवर्क कर आया मैं। हुण तू मेरे अंदर विवेक मंडल दे विच जां कोई ढंग बना के मैनू ਇਹਦੇ असली रंग समझा। ते जिस दिन उन्हें समझाए ना, उस दिन आप जी नूं संबंध पता लगना है कि गुरु दा ते सिख दा संबंध की। जिस दिन वो अंदर वो साहिबे कमाल रंग वरताएगा ना, उस दिन पता लगेगा कि वो सिर्फ 1699 च नहीं सी, सिर्फ साजना करदा खालसे दी अज भी कर रहा है। उस प्यारे ना कोई संबंध जोड़ो, उस प्यारे दे नाल कोई सीधा गुरु दा ते सिख दा कोई रिश्ता बनाओ। हुणा की है, इत्थे बड़े गुरसिखां ने आउणा, आप जी नूं दस के चले जाना। बाद विच समागम तो बाद बहुते समागमां दा इहो हाल है। इत्थे ते फिर भी गुरसिख जी बैठे ने, गुरु कीआं लाडलियां फौजां बैठियां ने, कमाउंदियां होणगियां। नहीं ते बहुती थाई हुंदा की है, समागम मुक जांदा है, असीं एक दूजे नूं कहंदे रहने, फलाणा बाबा दस गया सी, वो जिहड़ा बेगमपुरा ना वो बड़ा वधिया सी। आपो चोंदी विचारां कर लईआं, पर जिन्ने जाना है वो तैयारी करदा जाण दी। जिथे साहिबजादियां नूं नीहां च चिणियां नूं खलोतियां नूं महसूस करके उदां दे बनन दा अंदर जज्बा पैदा होवे कि इदां दे अज तो बाद आ बुराइयां नहीं। ते जे असीं वो ट्रैक्टरां ते वड्डे वड्डे स्पीकर ला के, पकौड़े खा के, भंग वाले खा के, शरदाइयां पी के ही आ गए, फिर की करांगे? उस जज्बे नूं माणिया करो, हिरदा तड़फ उठे, अपने प्यारे नूं देखिया करो। नाच वेखण जांदे हो ते आके नचदे हो कि फलाणा इदां दा एक उंगल खड़ी करके स्टैप करदा सी। सूट देखदे हो, सूट उदां दा बना के पा लैंदे हो। किसे दा फोन वेखदे हो, फोन लै आउंदे हो, पर अपने प्यारे दे उन्हां महारंगां नूं क्यों नहीं माणदे? समर्पण दी दुनिया है, सब कुछ समर्पित कर दिता, सुख समर्पित कर दिता है, संसार समर्पित कर दिता है, सारा कुछ अपने साहिब दे चरनां च भेंट कर दिता है। ते जिस सतगुरु दे, जिस डाढे प्रीतम दे, जिस प्यारे दे आगमन पुरबली बैठे हो ना, ओदे समर्पणा दा ते अंत ही कोई नहीं। वाहे गुरु